हेलो स्टूडेंट्स, वेलकम टू ऑन माय यूट्यूब चैनल। स्टूडेंट्स, ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਇੱਕ ਸਟੋਰੀ ਸਮਝਣ ਜਾ ਰਹੇ ਹਾਂ। ਇੱਕ ਕਹਾਣੀ ਹੈ ਬਹੁਤ ਹੀ ਇੰਪੋਰਟੈਂਟ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਠੀਕ ਹੈ, ਉਹਨਾਂ ਦੀ ਸ਼ਖਸੀਅਤ ਬਾਰੇ, ਉਹ ਕਿਵੇਂ ਦੇ ਸੀ, ਕੀ ਸਾਨੂੰ ਉਪਦੇਸ਼ ਦਿੰਦੇ ਸੀ, ਠੀਕ ਹੈ, ਉਹਨਾਂ ਦੇ ਨਾਲ ਰਿਲੇਟਡ ਸਾਰੀ ਇਹ ਸਟੋਰੀ ਹੈ। ਠੀਕ ਹੈ, ਸੋ ਅੱਜ ਦੇ ਜੀਵਨ ਦੇ ਵਿੱਚ ਸਾਡੇ ਲਈ ਕੀ ਇਹਨਾਂ ਦੀ ਵੈਲਿਊ ਹੈ, ਮੋਰਲਸ ਦੀ, ਅਸੀਂ ਕਿਵੇਂ ਰਹਿਣਾ ਹੈ। ਠੀਕ ਹੈ, ਸੋ ਅਸੀਂ ਅੱਜ ਇਸ ਚੈਪਟਰ ਦੇ ਵਿੱਚ ਇਸ ਕਹਾਣੀ ਦੇ ਥਰੂ ਸਮਝਾਂਗੇ। ਠੀਕ ਹੈ, ਸੋ ਇਸ ਦੇ ਵਿੱਚ ਕੀ ਹੁੰਦਾ ਹੈ, ਇਸ ਦੇ ਵਿੱਚ ਦੇਸ਼ ਵਿਦੇਸ਼ ਦੀ ਯਾਤਰਾ ਕਰਦੇ ਹੋਏ ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਵਿੱਚ ਪਹੁੰਚਦੇ ਹਨ। ਪਿੰਡ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਚੋਰ ਦੇ ਨਾਲ ਹੋ ਜਾਂਦੀ ਹੈ। ਠੀਕ ਹੈ, ਚੋਰ ਦਾ ਨਾਮ ਕੀ ਹੁੰਦਾ ਹੈ? ਠੀਕ ਹੈ, ਜਿਵੇਂ ਤੁਹਾਡੇ ਚੈਪਟਰ ਦਾ ਨਾਮ ਕੀ ਹੈ? ਭੂਮੀ ਦਾ ਉਧਾਰ। ਉਧਾਰ ਹੁੰਦਾ ਹੈ ਕਿਸੇ ਦਾ ਭਲਾ ਕਰਨਾ, ਉਸਨੂੰ ਸੁਧਾਰਨਾ। ਠੀਕ ਹੈ, ਸੋ ਇਹ ਇੱਕ ਚੋਰ ਹੈ। ਠੀਕ ਹੈ, ਉਸਦਾ ਨਾਮ ਹੈ, ਠੀਕ ਹੈ, ਭੂਮੀਆ। ਠੀਕ ਹੈ, ਤਾਂ ਉਸ ਦੇ ਨਾਲ ਕੀ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਇਸ ਚੈਪਟਰ ਦੇ ਵਿੱਚ ਦੱਸੀ ਗਈ ਹੈ। ਕਿਵੇਂ ਗੁਰੂ ਨਾਨਕ ਦੇਵ ਜੀ ਉਸ ਨੂੰ ਸਿੱਧੇ ਰਾਹ ਪਾਉਂਦੇ ਹਨ। ਠੀਕ ਹੈ, ਹੁਣ ਉਹ ਚੋਰ ਹੈ, ਪਿੰਡ ਵਿੱਚ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਉਸ ਪਿੰਡ ਦੇ ਵਿੱਚ ਜਾਂਦੇ ਹਨ। ਚੋਰ ਹੋਣ ਕਰਕੇ ਪਿੰਡ ਦੇ ਜਿਹੜੇ ਲੋਕ ਹੁੰਦੇ ਹਨ, ਉਹ ਉਸ ਚੋਰ ਨੂੰ, ਭੂਮੀਏ ਨੂੰ ਨਫ਼ਰਤ ਕਰਦੇ ਸਨ। ਠੀਕ ਹੈ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਉਸ ਚੋਰ ਦੀ ਮੁਲਾਕਾਤ ਹੁੰਦੀ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ। ਠੀਕ ਹੈ, ਅਤੇ ਉਹ ਜੋ ਚੋਰ ਹੁੰਦਾ ਹੈ, ਭੂਮੀਆ ਹੁੰਦਾ ਹੈ, ਉਹ ਕਹਿੰਦਾ ਹੈ, ਗੁਰੂ ਜੀ ਤੁਸੀਂ ਮੇਰੇ ਘਰ ਚਰਨ ਪਾਉਣੇ ਹਨ। ਠੀਕ ਹੈ, ਉਸਨੂੰ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕੀਤੀ ਉਸਨੇ। ਜੋ ਭੂਮੀਆ ਹੁੰਦਾ ਹੈ, ਉਹ ਕੀ ਚਾਹੁੰਦਾ ਹੈ? ਉਹ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰਨਾ ਚਾਹੁੰਦਾ ਹੈ। ਠੀਕ ਹੈ, ਉਹ ਸੇਵਾ ਕਰਨਾ ਉਹਨਾਂ ਦੀ ਚਾਹੁੰਦਾ ਸੀ। ਉਹਦਾ ਪਿਆਰ, ਜਿਹੜਾ ਚੋਰ ਸੀ, ਭੂਮੀ ਦਾ ਪਿਆਰ ਅਤੇ ਨਿਮਰਤਾ ਦੇਖ ਕੇ ਗੁਰੂ ਜੀ ਉਸਦੇ ਘਰ ਜਾਣ ਲਈ ਰਾਜ਼ੀ ਹੋ ਗਏ, ਮੰਨ ਗਏ। ਘਰ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਭੂਮੀਏ ਨੂੰ ਕਿਹਾ, ਦੇਖ ਭਾਈ ਭੂਮੀਆ, ਅਸੀਂ ਤੇਰੇ ਘਰ ਤਾਂ ਆ ਜਾਵਾਂਗੇ ਜੇਕਰ ਤੂੰ ਸਾਡੇ ਨਾਲ 4 ਵਾਅਦੇ ਕਰੇਂਗਾ। ਠੀਕ ਹੈ, ਬੋਲ ਮਨਜ਼ੂਰ ਹੈ? ਗੁਰੂ ਨਾਨਕ ਦੇਵ ਜੀ ਨੇ ਚੋਰ ਨੂੰ ਕਿਹਾ। ਚੋਰ ਬੋਲਿਆ, ਜਿਹੜਾ ਭੂਮੀਆ ਸੀ, ਉਹ ਕਹਿੰਦਾ, ਸੱਚੇ ਪਾਤਸ਼ਾਹ ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਮੈਂ ਹਰ ਵਾਅਦਾ ਪੂਰੀ ਇਮਾਨਦਾਰੀ ਨਾਲ, ਸੱਚੇ ਦਿਲ ਨਾਲ ਨਿਭਾਵਾਂਗਾ। ਉਸਨੇ ਹੱਥ ਜੋੜ ਕੇ ਕਿਹਾ। ਠੀਕ ਹੈ, ਉਸਨੇ ਗੁਰੂ ਨਾਨਕ ਦੇਵ ਜੀ ਦੀ ਬੇਨਤੀ ਮੰਨ ਲਈ। ਗੁਰੂ ਨਾਨਕ ਦੇਵ ਜੀ ਨੇ ਉਸਨੂੰ ਕਿਹਾ ਸੀ ਕਿ ਤੂੰ ਸਾਡੇ ਨਾਲ 4 ਵਾਅਦੇ ਕਰ। ਹੁਣ ਉਹ 4 ਵਾਅਦੇ ਕਿਹੜੇ ਹੋਣਗੇ, ਉਹ ਤੁਸੀਂ ਧਿਆਨ ਦੇ ਵਿੱਚ ਰੱਖਣੇ ਹਨ। ਪਹਿਲਾ ਵਾਅਦਾ ਕੀ ਸੀ ਕਿ ਅੱਜ ਤੋਂ ਬਾਅਦ ਕਦੇ ਝੂਠ ਨਹੀਂ ਬੋਲੇਗਾ। ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਅਸੀਂ ਵੀ ਝੂਠ ਨਹੀਂ ਬੋਲਣਾ। ਦੂਜਾ ਵਾਅਦਾ ਗੁਰੂ ਨਾਨਕ ਦੇਵ ਜੀ ਨੇ ਕੀ ਲਿਆ? ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰੇਗਾ। ਹੁਣ ਉਹ ਚੋਰੀ ਕਰਦਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਵਾਅਦਾ ਲੈ ਲਿਆ ਕਿ ਤੂੰ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰੇਗਾ। ਤੀਸਰਾ ਵਾਅਦਾ ਹੈ ਕਿ ਜਿਸ ਦੇ ਘਰ ਦਾ ਨਮਕ ਖਾ ਲਵੇਂ, ਉਸ ਘਰ ਚੋਰੀ ਨਹੀਂ ਕਰੇਗਾ। ਕਿ ਜਿਸ ਘਰ ਦੇ ਵਿੱਚ ਤੈਨੂੰ ਪਿਆਰ ਮਿਲੇ, ਖਾਣ ਨੂੰ ਮਿਲੇ, ਸਭ ਕੁਝ ਤੇਰਾ ਸਤਿਕਾਰ ਹੋਵੇ, ਠੀਕ ਹੈ, ਤੂੰ ਜਿਸ ਘਰੋਂ ਖਾਏਗਾ ਉਸ ਘਰ ਚੋਰੀ ਨਹੀਂ ਕਰੇਗਾ। ਚੌਥਾ ਅਤੇ ਆਖਰੀ ਵਾਅਦਾ ਸੀ, ਠੀਕ ਹੈ, ਆਪਣਾ ਜੋ ਦੋਸ਼ ਕਿਸੇ ਦੇ ਸਿਰ ਨਹੀਂ ਲਾਵੇਂਗਾ। ਚੌਥਾ ਅਤੇ ਆਖਰੀ ਵਾਅਦਾ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਲਿਆ ਕਿ ਆਪਣਾ ਦੋਸ਼ ਕਿਸੇ ਦੇ ਸਿਰ ਨਹੀਂ ਲਾਵੇਂਗਾ। ਕਿਸੇ ਵੀ ਬੇਕਸੂਰ ਨੂੰ ਜੋ ਹੈ ਉਸ 'ਤੇ ਅਤਿਆਚਾਰ ਹੋ ਰਹੇ ਹਨ, ਉਸ ਨੂੰ ਕੁੱਟ ਪੈਂਦੀ ਦੇਖ ਕੇ ਤੂੰ ਚੁੱਪ ਨਹੀਂ ਰਹੇਗਾ। ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਮਿਹਰ ਦੀ ਨਜ਼ਰ ਕਰਦਿਆਂ ਉਸਨੂੰ ਇਹ ਜੋ ਵਾਅਦੇ ਉਸ ਦੇ ਅੱਗੇ ਰੱਖੇ। ਤਾਂ ਉਸ ਭੂਮੀਏ ਨੇ, ਉਸ ਚੋਰ ਨੇ 7 ਬਚਨ ਗੁਰੂ ਜੀ ਇੱਦਾਂ ਕਹਿ ਕੇ ਉਸਨੇ ਕਿਹਾ, ਮੈਂ ਆਪ ਜੀ ਦੇ ਨਾਲ ਹਰ ਵਾਅਦਾ ਨਿਭਾਵਾਂਗਾ। ਉਸਨੇ ਉਹਨਾਂ ਨੂੰ 7 ਬਚਨ ਕਹਿ ਕੇ ਹਰ ਵਾਅਦਾ ਨਿਭਾਉਣ ਦਾ ਜੋ ਬਚਨ ਦੇ ਦਿੱਤਾ। ਹੁਣ ਉਹ ਭੂਮੀਆ ਜੋ ਚੋਰ ਸੀ, ਉਹ ਬੇਹੱਦ ਖੁਸ਼ ਸੀ। ਗੁਰੂ ਜੀ ਨੇ ਉਸਦੇ ਘਰ ਨੂੰ ਭਾਗ ਲਾਏ ਹਨ। ਉਸਨੇ ਬਹੁਤ ਖੁਸ਼ ਹੋਇਆ ਕਿ ਗੁਰੂ ਨਾਨਕ ਦੇਵ ਜੀ ਉਸਦੇ ਘਰ ਆਏ, ਉਸਦੇ ਘਰ ਨੂੰ ਭਾਗ ਲੱਗ ਗਏ, ਭਾਵ ਉਸਦੇ ਘਰ ਨੂੰ ਸ਼ੁੱਧ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਠੀਕ ਹੈ, ਉਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਲੈਣ ਦਾ ਉਸਨੂੰ ਸੁਭਾਗ ਪ੍ਰਾਪਤ ਹੋਇਆ, ਭਾਵ ਮੌਕਾ ਪ੍ਰਾਪਤ ਹੋਇਆ। ਠੀਕ ਹੈ, ਸੋ ਗੁਰੂ ਨਾਨਕ ਦੇਵ ਜੀ ਉਸਦੇ ਘਰ ਜਾਂਦੇ ਹਨ, ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਬਾਅਦ, ਜਦੋਂ ਗੁਰੂ ਨਾਨਕ ਦੇਵ ਜੀ ਦੇ ਜਾਣ ਤੋਂ ਥੋੜ੍ਹੇ ਦਿਨਾਂ ਬਾਅਦ ਭੂਮੀਏ ਨੇ ਆਪਣਾ ਜੋ ਕਾਰੋਬਾਰ ਹੁੰਦਾ ਹੈ ਉਸ ਨੂੰ ਫਿਰ ਸ਼ੁਰੂ ਕਰ ਦਿੱਤਾ। ਹੁਣ ਉਹ ਚੋਰੀ ਕਰਦਾ ਸੀ, ਉਸਨੇ ਕਾਰੋਬਾਰ ਆਪਣਾ ਫਿਰ ਸ਼ੁਰੂ ਕਰ ਦਿੱਤਾ। ਭੂਮੀਏ ਨੇ ਸੋਚਿਆ ਕਿ ਹੁਣ ਕਿਸੇ ਗਰੀਬ ਦੇ ਘਰ ਤਾਂ ਚੋਰੀ ਕਰਨੀ ਨਹੀਂ,
ਇਸ ਲਈ ਰਾਜੇ ਦੇ ਮਹਿਲ ਵਿੱਚ ਹੀ ਚੱਲਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਹਾ ਸੀ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰੇਗਾ, ਤਾਂ ਉਸਦੇ ਮਨ ਵਿੱਚ ਆਇਆ ਕਿ ਕਿਸੇ ਰਾਜੇ ਦੇ ਮਹਿਲ ਵਿੱਚ ਅਸੀਂ ਚੱਲ ਜਾਂਦੇ ਹਾਂ, ਉੱਥੇ ਦੇਖ ਲੈਂਦੇ ਹਾਂ, ਹੈ ਨਾ। ਸੋ ਅੱਗੇ ਕੀ ਹੁੰਦਾ ਹੈ, ਭੂਮੀਆਂ ਜਦੋਂ ਚੋਰੀ ਕਰਨ ਲਈ ਰਾਜੇ ਦੇ ਮਹਿਲ ਦੇ ਵਿੱਚ ਦਾਖਲ ਹੋਣ ਲੱਗਿਆ ਤਾਂ ਸਿਪਾਹੀਆਂ ਨੇ ਵੇਖ ਲਿਆ, ਉਸ ਨੂੰ ਪਕੜ ਲਿਆ, ਠੀਕ ਹੈ, ਉਸ ਨੂੰ ਫੜ ਲਿਆ ਸਿਪਾਹੀਆਂ ਨੇ। ਸਿਪਾਹੀਆਂ ਨੇ ਭੂਮੀਏ ਨੂੰ ਪੁੱਛਿਆ ਕਿ ਉਹ ਕੌਣ ਹੈ ਅਤੇ ਇੱਥੇ ਕੀ ਕਰ ਰਿਹਾ ਹੈ, ਠੀਕ ਹੈ। ਅਤੇ ਸਿਪਾਹੀਆਂ ਨੇ ਇਵੇਂ ਭੂਮੀਏ ਨੂੰ ਪੁੱਛ ਲਿਆ ਕਿ ਕਿੱਥੋਂ ਆਇਆ ਤੂੰ, ਹੈ ਨਾ, ਤੂੰ ਕਿੱਥੇ ਜਾ ਰਿਹਾ, ਕੀ ਕਰ ਰਿਹਾ ਤੂੰ। ਤਾਂ ਭੂਮੀਏ ਨੂੰ ਗੁਰੂ ਜੀ ਨਾਲ ਕੀਤਾ ਵਾਅਦਾ ਯਾਦ ਸੀ। ਉਸਨੇ ਸੋਚਿਆ ਕਿ ਝੂਠ ਤਾਂ ਮੈਂ ਬੋਲਣਾ ਨਹੀਂ, ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਵਾਅਦਾ ਲਿਆ ਸੀ। ਇਸ ਲਈ ਭੂਮੀਏ ਨੇ ਕੀ ਕਿਹਾ ਕਿ ਉਹ ਇੱਕ ਮੰਨਿਆ ਹੋਇਆ ਚੋਰ ਹੈ ਅਤੇ ਰਾਜੇ ਦੇ ਮਹਿਲ ਵਿੱਚ ਚੋਰੀ ਕਰਨ ਆਇਆ ਹੈ। ਉਸਨੇ ਸੱਚ ਦੱਸ ਦਿੱਤਾ। ਸਿਪਾਹੀਆਂ ਨੂੰ ਇਵੇਂ ਲੱਗਿਆ ਵੀ ਚੋਰ ਇਸ ਤਰ੍ਹਾਂ ਕਹੇਗਾ ਮੈਂ ਚੋਰ ਹਾਂ, ਇਸ ਤਰ੍ਹਾਂ ਤਾਂ ਨਹੀਂ ਹੁੰਦਾ ਨਾ, ਤਾਂ ਉਹਨਾਂ ਨੂੰ ਇੱਕ ਮਜ਼ਾਕ ਜਿਹਾ ਲੱਗਾ। ਸਿਪਾਹੀਆਂ ਨੇ ਇਸ ਗੱਲ ਨੂੰ ਮਜ਼ਾਕ ਸਮਝਿਆ, ਠੀਕ ਹੈ, ਉਸਨੂੰ ਇੰਨਾ ਜ਼ਿਆਦਾ ਉਹਨਾਂ ਨੇ ਜੋ ਸੀ ਸੱਚ ਨਹੀਂ ਮੰਨਿਆ। ਭੂਮੀਏ ਨੂੰ ਰਾਜੇ ਦਾ ਕੋਈ ਦੋਸਤ ਸਮਝ ਕੇ ਮਹਿਲ ਦੇ ਅੰਦਰ ਉਹਨਾਂ ਨੇ ਜਾਣ ਦੇ ਦਿੱਤਾ, ਉਸਨੂੰ ਰੋਕਿਆ ਨਹੀਂ, ਠੀਕ ਹੈ। ਉਸਨੇ ਕਿਹਾ ਵੀ ਕੋਈ ਦੋਸਤ ਹੋਏਗਾ ਰਾਜੇ ਦਾ। ਭੂਮੀਆ ਬਹੁਤ ਖੁਸ਼ ਸੀ ਕਿ ਉਸਨੂੰ ਸਿਪਾਹੀਆਂ ਨੇ ਜਾਣ ਨਹੀਂ ਦਿੱਤਾ, ਉਸਨੇ ਸੱਚ ਵੀ ਬੋਲਿਆ, ਝੂਠ ਵੀ ਨਹੀਂ ਬੋਲਿਆ। ਅਤੇ ਫਿਰ ਅੱਗੇ ਕੀ ਹੁੰਦਾ ਹੈ, ਸੱਚ ਬੋਲਣ ਦਾ ਇਨਾਮ ਤਾਂ ਮਿਲ ਗਿਆ ਹੈ ਕਿ ਸਿਪਾਹੀਆਂ ਨੇ ਉਸਨੂੰ ਕੁਛ ਵੀ ਨਹੀਂ ਕਿਹਾ, ਇਸ ਲਈ ਭੂਮੀਆ ਬਹੁਤ ਖੁਸ਼ ਸੀ। ਭੂਮੀਏ ਨੇ ਅੰਦਰ ਜਾ ਕੇ ਰਾਜੇ ਦੇ ਕੀਮਤੀ ਗਹਿਣੇ, ਰੁਪਏ, ਪੈਸੇ, ਹੋਰ ਕੀਮਤੀ ਸਮਾਨ ਉਹ ਗੱਠੜੀ ਬੰਨ੍ਹ ਲਈ, ਉਸਨੇ ਇਕੱਠਾ ਕਰ ਲਿਆ। ਹੁਣ ਉਸ ਵੇਲੇ ਉਸਨੂੰ ਇੰਨਾ ਸਮਾਨ ਉਸਨੇ ਇਕੱਠਾ ਕੀਤਾ, ਉਸ ਵੇਲੇ ਉਸਨੂੰ ਪਿਆਸ ਲੱਗ ਗਈ, ਠੀਕ ਹੈ। ਉਹ ਪਾਣੀ ਪੀਣ ਦੇ ਲਈ ਰਸੋਈ ਵਿੱਚ ਗਿਆ। ਰਸੋਈ ਦੇ ਵਿੱਚ ਚਿੱਟੀ ਚੀਜ਼ ਨੂੰ ਖੰਡ ਸਮਝ ਕੇ ਫੱਕਾ ਮਾਰ ਲਿਆ ਉਸਨੇ, ਠੀਕ ਹੈ। ਉਸਨੂੰ ਪਿਆਸ ਲੱਗੀ ਸੀ, ਭੁੱਖ ਵੀ ਲੱਗੀ ਸੀ, ਠੀਕ ਹੈ। ਉਸਨੇ ਕੀ ਕੀਤਾ, ਉਸਨੇ ਚਿੱਟੀ ਚੀਜ਼ ਸੀ, ਜਿਵੇਂ ਖੰਡ ਦਾ ਰੰਗ ਵੀ ਚਿੱਟਾ ਹੁੰਦਾ ਹੈ, ਨਮਕ ਦਾ ਵੀ ਚਿੱਟਾ ਹੁੰਦਾ ਹੈ, ਠੀਕ ਹੈ। ਉਸਨੇ ਉਸ ਚੀਜ਼ ਦਾ ਫੱਕਾ ਮਾਰ ਲਿਆ, ਇੱਕਦਮ ਆਪਣੇ ਮੂੰਹ ਵਿੱਚ ਮੁੱਠੀ ਦੇ ਨਾਲ ਪਾ ਲਈ, ਪਰ ਖੰਡ ਦੀ ਬਜਾਏ ਉਹ ਨਮਕ ਸੀ, ਠੀਕ ਹੈ। ਉਸਨੇ ਉਹ ਨਮਕ ਖਾ ਲਿਆ। ਜਿਉਂ ਹੀ ਉਹ ਭੂਮੀਏ ਨੇ ਰਾਜੇ ਦਾ ਨਮਕ ਖਾਧਾ, ਉਸ ਵੇਲੇ ਉਸਨੂੰ ਗੁਰੂ ਜੀ ਨਾਲ ਕੀਤਾ ਤੀਜਾ ਵਾਅਦਾ ਯਾਦ ਆ ਗਿਆ ਕਿ ਜਿਸ ਘਰ ਚੋਰੀ ਕਰੇ, ਜੇਕਰ ਉਸ ਘਰ ਦਾ ਨਮਕ ਖਾ ਲਵੇਂ ਤਾਂ ਤੂੰ ਚੋਰੀ ਨਹੀਂ ਕਰਨੀ। ਹੁਣ ਉਸਨੇ ਤਾਂ ਉਸ ਘਰ ਦਾ ਨਮਕ ਖਾ ਲਿਆ ਸੀ, ਤਾਂ ਚੋਰੀ ਕਿਵੇਂ ਕਰਨੀ ਸੀ ਨਾ, ਵਾਅਦਾ ਵੀ ਗੁਰੂ ਨਾਨਕ ਦੇਵ ਜੀ ਨਾਲ ਕੀਤਾ ਸੀ। ਭੂਮੀਆ ਜੋ ਸੀ ਉਸਨੇ ਚੋਰੀ ਕੀਤਾ ਸਮਾਨ ਜੋ ਸੀ ਨਾ, ਉੱਥੇ ਹੀ ਛੱਡ ਕੇ ਉਹ ਮਹਿਲ ਤੋਂ ਬਾਹਰ ਆ ਗਿਆ, ਕਿਉਂਕਿ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਵਾਅਦਾ ਪੂਰਾ ਕਰਨਾ ਸੀ। ਸਵੇਰ ਹੁੰਦਿਆਂ ਹੀ ਮਹਿਲ ਵਿੱਚ ਖਬਰ ਫੈਲ ਗਈ ਕਿ ਕੋਈ ਚੋਰ ਜੋ ਸੀ ਨਾ, ਉਹ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਇਆ ਸੀ, ਪਰ ਉਹ ਚੋਰੀ ਕੀਤਾ ਸਮਾਨ ਮਹਿਲ ਵਿੱਚ ਹੀ ਛੱਡ ਗਿਆ, ਭੱਜ ਗਿਆ, ਠੀਕ ਹੈ। ਉਸਨੇ ਉਹ ਸਮਾਨ ਨਾਲ ਨਹੀਂ ਲੈ ਕੇ ਗਿਆ। ਰਾਜੇ ਨੇ ਚੋਰ ਨੂੰ ਹਰ ਹਾਲਤ ਵਿੱਚ ਪਕੜ ਕੇ ਪੇਸ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਵੀ ਉਹ ਕਿਹੜਾ ਚੋਰ ਹੈ ਜਿਹੜਾ ਚੋਰੀ ਕਰਨ ਆਇਆ ਪਰ ਸਮਾਨ ਲੈ ਕੇ ਹੀ ਨਹੀਂ ਗਿਆ ਕੁਛ ਚੋਰੀ ਕਰਕੇ, ਹੈ ਨਾ। ਤਾਂ ਰਾਜੇ ਨੇ ਉਸ ਨੂੰ ਕੀ ਕੀਤਾ, ਸਾਹਮਣੇ ਪੇਸ਼ ਕਰਨ ਦੇ ਲਈ ਸਿਪਾਹੀਆਂ ਨੂੰ ਹੁਕਮ ਦੇ ਦਿੱਤਾ। ਪਰ ਜੋ ਚੋਰ ਸੀ, ਜੋ ਭੂਮੀਆ ਸੀ, ਉਸ ਦਾ ਕੋਈ ਵੀ ਅਤਾ ਪਤਾ ਨਹੀਂ ਸੀ, ਉਹ ਕਿੱਥੇ ਦਾ ਹੈ ਕਿੱਥੇ ਦਾ ਨਹੀਂ, ਠੀਕ ਹੈ। ਸੋ ਕਿਸੇ ਵੀ ਚੋਰ ਨੂੰ ਚੋਰੀ ਕਰਦਿਆਂ ਉਸਨੇ ਜੋ ਸੀ ਸਿਪਾਹੀ ਨੇ ਨਹੀਂ ਦੇਖਿਆ ਸੀ, ਠੀਕ ਹੈ। ਉਹ ਚੋਰ ਜੋ ਸੀ ਕਿਸੇ ਨੇ ਵੀ ਉਸਨੂੰ ਨਹੀਂ ਦੇਖਿਆ ਸੀ। ਅਖੀਰ ਰਾਜੇ ਦੇ ਡਰ ਕਰਕੇ ਸਿਪਾਹੀਆਂ ਨੇ ਬੇਕਸੂਰ ਲੋਕਾਂ ਨੂੰ ਫੜ ਲਿਆਉਣਾ ਸ਼ੁਰੂ ਕਰ ਦਿੱਤਾ। ਬੇਦੋਸ਼ੀ ਲੋਕਾਂ ਦੇ ਉੱਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਰਾਜੇ ਨੇ ਸਿਪਾਹੀਆਂ ਨੂੰ ਕਿਹਾ ਕਿਸੇ ਤਰ੍ਹਾਂ ਚੋਰ ਨੂੰ ਫੜ ਕੇ ਲਿਆਓ। ਹੁਣ ਚੋਰ ਦਾ ਤਾਂ ਕੋਈ ਅਤਾ ਪਤਾ ਨਹੀਂ, ਚੋਰ ਤਾਂ ਮਿਲ ਨਹੀਂ ਰਿਹਾ ਸੀ, ਤਾਂ ਸਿਪਾਹੀਆਂ ਨੇ ਤਾਂ ਆਪਣੀ ਡਿਊਟੀ ਦੇਣੀ ਸੀ ਜੋ ਰਾਜੇ ਨੇ ਉਹਨਾਂ ਨੂੰ ਕਿਹਾ ਸੀ। ਸਿਪਾਹੀਆਂ ਨੇ ਬੇਕਸੂਰ ਲੋਕਾਂ ਨੂੰ ਫੜ ਕੇ ਰਾਜੇ ਸਾਹਮਣੇ ਭੇਜਣਾ ਸ਼ੁਰੂ ਕਰ ਦਿੱਤਾ ਵੀ ਇਹ ਸੀ, ਹੈ ਨਾ। ਸੋ ਗੁਰੂ ਨਾਨਕ ਦੇਵ ਜੀ ਨੇ ਇੱਕ ਵਾਅਦਾ ਜੋ ਸੀ ਉਸ ਚੋਰ ਤੋਂ, ਭੂਮੀਏ ਤੋਂ ਹੋਰ ਲਿਆ ਸੀ। ਸੋ ਉਹ ਕਿਹੜਾ ਸੀ ਕਿ ਕਿਸੇ ਵੀ ਗਰੀਬ 'ਤੇ ਕੁੱਟਮਾਰ ਹੁੰਦੀ ਦੇਖਣੀ ਨਹੀਂ ਆ, ਠੀਕ ਹੈ। ਕਿਸੇ 'ਤੇ ਜ਼ੁਲਮ ਹੁੰਦਾ ਦੇਖ ਕੇ ਸਹਿਣਾ ਨਹੀਂ ਆ। ਸੋ ਜਦੋਂ ਭੂਮੀਏ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਹ ਜੋ ਹੈ ਬੇਕਸੂਰ ਲੋਕਾਂ ਨੂੰ ਫੜ ਕੇ ਲਿਆਉਂਦੇ ਹਨ, ਠੀਕ ਹੈ, ਉਹਨਾਂ 'ਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਹੈ, ਤਾਂ ਉਹ ਜਦੋਂ ਉਸਨੂੰ ਇਸ ਗੱਲ ਦਾ ਪਤਾ ਲੱਗਦਾ, ਉਹ ਦੌੜਦਾ ਹੋਇਆ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚਿਆ, ਠੀਕ ਹੈ। ਉਸ ਨੂੰ ਗੁਰੂ ਜੀ ਨਾਲ ਕੀਤਾ ਚੌਥਾ ਵਾਅਦਾ ਵੀ ਯਾਦ ਸੀ, ਜਿਸ ਦੀ ਆਪਾਂ ਹੁਣ ਗੱਲ ਕਰਕੇ ਹਟਿਆ। ਉਸਨੇ ਜਾਂਦਿਆਂ ਹੀ ਕਿਹਾ ਇਹ ਲੋਕ ਬੇਕਸੂਰ ਹਨ, ਇਹਨਾਂ ਦਾ ਕੋਈ ਦੋਸ਼ ਨਹੀਂ ਹੈ, ਤੁਹਾਡਾ ਗੁਨਾਹਗਾਰ ਮੈਂ ਹਾਂ, ਜੇ ਸਜ਼ਾ ਦੇਣੀ ਹੈ ਤਾਂ ਮੈਨੂੰ ਦਿਓ,
ਠੀਕ ਹੈ। ਇੱਥੇ ਉਹ ਚੋਰ ਜੋ ਭੂਮੀਆ ਸੀ ਉਹ ਰਾਜੇ ਦੇ ਅੱਗੇ ਪੇਸ਼ ਹੋ ਕੇ ਉਸਨੇ ਸੱਚ ਦੱਸਿਆ ਵੀ ਕਿਸੇ ਬੇਦੋਸ਼ੇ ਬੇਕਸੂਰ ਨੂੰ ਨਾ ਕੋਈ ਵੀ ਸਜ਼ਾ ਦਿਓ, ਮੈਂ ਚੋਰ ਹਾਂ, ਮੈਨੂੰ ਜੋ ਹੈ ਮੈਨੂੰ ਫੜ ਲਓ, ਠੀਕ ਹੈ। ਸੋ ਮੈਨੂੰ ਦਿਓ ਜੋ ਸਜ਼ਾ ਦੇਣੀ ਹੈ, ਇਹਨਾਂ ਨੂੰ ਛੱਡ ਦਿਓ। ਦਰਬਾਰ ਜੋ ਸੀ ਨਾ ਰਾਜੇ ਦਾ ਉਸ ਦੇ ਵਿੱਚ ਇੱਕਦਮ ਸੰਨਾਟਾ ਛਾ ਗਿਆ, ਭਾਵ ਚੁੱਪ ਹੋ ਗਏ ਸਾਰੇ ਜਾਣੇ, ਠੀਕ ਹੈ। ਸਭ ਲੋਕ ਹੈਰਾਨ ਸਨ। ਫਿਰ ਭੂਮੀਏ ਨੇ ਗੁਰੂ ਜੀ ਨਾਲ ਹੋਈ ਮੁਲਾਕਾਤ ਅਤੇ ਕੀਤੇ ਵਾਅਦਿਆਂ ਬਾਰੇ ਦੱਸਿਆ ਕਿ ਮੈਂ ਇਹ 4 ਵਾਅਦੇ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਤੇ ਸਨ, ਠੀਕ ਹੈ। ਰਾਜਾ ਭੂਮੀਏ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ, ਬਹੁਤ ਹੀ ਜ਼ਿਆਦਾ ਉਸਨੂੰ ਉਸ ਦੀਆਂ ਗੱਲਾਂ ਵਧੀਆ ਲੱਗੀਆਂ। ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਭੂਮੀਏ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਕਿ ਇਸ ਨੇ 4 ਵਾਅਦੇ ਗੁਰੂ ਨਾਨਕ ਦੇਵ ਜੀ ਦੇ ਮੰਨੇ ਹਨ, ਪੂਰੇ ਕੀਤੇ ਹਨ, ਠੀਕ ਹੈ, ਨਿਭਾਏ ਹਨ। ਭੂਮੀਏ ਨੇ ਉਸ ਵੇਲੇ ਭਰੇ ਦਰਬਾਰ ਵਿੱਚ ਖੜੇ ਹੋ ਕੇ ਇੱਕ ਹੋਰ ਵਾਅਦਾ ਕੀਤਾ ਅਤੇ ਕਿਹਾ ਕਿ ਅੱਜ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ 5ਵਾਂ ਵਾਅਦਾ ਕਰਦਾ ਹੈ ਕਿ ਅੱਜ ਤੋਂ ਬਾਅਦ ਭੂਮੀਆ ਕਦੇ ਵੀ ਚੋਰੀ ਨਹੀਂ ਕਰੇਗਾ। ਪਹਿਲਾਂ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵਾਅਦਾ ਕੀਤਾ ਸੀ ਕਿ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰੇਗਾ, ਪਰ ਉਸਨੇ ਲਾਸਟ ਦੇ ਵਿੱਚ 5ਵਾਂ ਵਾਅਦਾ ਕੀਤਾ ਕਿ ਵੀ ਉਹ ਕਿਸੇ ਦੇ ਘਰ ਵੀ ਚੋਰੀ ਨਹੀਂ ਕਰੇਗਾ। 10 ਨਹੁੰਆਂ ਦੀ ਜੋ ਕਿਰਤ ਹੁੰਦੀ ਹੈ, ਜੋ ਅਸੀਂ ਕਿਰਤ ਕਮਾਈ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਨੇ 3 ਉਪਦੇਸ਼ ਸਾਨੂੰ ਦਿੱਤੇ ਸਨ। ਸਭ ਤੋਂ ਪਹਿਲਾਂ ਸੀ ਕਿਰਤ ਕਰਨੀ, ਠੀਕ ਹੈ, ਫਿਰ ਸੀ ਨਾਮ ਜਪਣਾ ਔਰ ਫਿਰ ਸੀ ਵੰਡ ਛਕਣਾ, ਠੀਕ ਹੈ। ਇਹ 3 ਜੋ ਸੀ ਸਾਨੂੰ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਦਿੱਤੇ ਸਨ, ਜਿਨ੍ਹਾਂ ਦੇ ਵਿੱਚੋਂ ਭੂਮੀਆ ਚੋਰ ਜੋ ਹੈ ਉਹ ਕਹਿੰਦਾ ਹੈ ਕਿ ਮੈਂ 10 ਨਹੁੰਆਂ ਦੀ ਕਿਰਤ ਕਰਕੇ ਖਾਵਾਂਗਾ, ਮੈਂ ਚੋਰੀ ਨਹੀਂ ਕਰਾਂਗਾ ਅੱਜ ਤੋਂ ਬਾਅਦ ਕਦੇ ਵੀ, ਠੀਕ ਹੈ। ਦੀਨ ਦੁਖੀ ਜੋ ਬਿਲਕੁਲ ਬੇਸਹਾਰਾ ਹੁੰਦੇ ਹਨ ਉਹਨਾਂ ਦੀ ਮੈਂ ਸੇਵਾ ਕਰਾਂਗਾ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਨੁਸਾਰ ਹੀ ਆਪਣਾ ਜੀਵਨ ਜੀਵਾਂਗਾ। ਸਭ ਲੋਕਾਂ ਨੇ ਭੂਮੀਏ ਨੂੰ ਜੋ ਸੀ ਹੱਥਾਂ 'ਤੇ ਚੁੱਕ ਲਿਆ, ਭਾਵ ਉਸ ਨੂੰ ਬਹੁਤ ਹੀ ਜ਼ਿਆਦਾ ਸਤਿਕਾਰ ਮਾਣ ਦਿੱਤਾ, ਬਹੁਤ ਜ਼ਿਆਦਾ ਉਸ ਦਾ ਜੋ ਸੀ ਇੱਕ ਸਤਿਕਾਰ ਦਿੱਤਾ, ਉਸਨੂੰ ਇੱਕ ਬਹੁਤ ਉੱਚੇ ਅਹੁਦੇ 'ਤੇ ਬਿਠਾ ਦਿੱਤਾ ਆਪਣੀਆਂ ਨਜ਼ਰਾਂ ਦੇ ਵਿੱਚ ਵੀ ਇਹ ਬਹੁਤ ਵਧੀਆ ਇਨਸਾਨ ਹੈ, ਠੀਕ ਹੈ। ਸੋ ਉਸਨੇ ਕੀ ਕਿਹਾ ਬਾਅਦ ਦੇ ਵਿੱਚ, ਸਾਰੇ ਜਾਣੇ ਦਰਬਾਰ ਦੇ ਵਿੱਚ ਸੀ, ਕਿਉਂਕਿ ਇਹ ਸਭ ਕੁਛ ਕਿਸ ਦੇ ਕਰਕੇ ਹੋਇਆ, ਇਹ ਸਾਡੇ ਜੋ ਗੁਰੂ ਨਾਨਕ ਦੇਵ ਜੀ ਨੇ ਮੁਲਾਕਾਤ ਕੀਤੀ ਉਸ ਚੋਰ ਦੇ ਨਾਲ, ਉਸ ਤੋਂ ਵਾਅਦੇ ਲਏ, ਉਸਨੂੰ ਸਿੱਧੇ ਰਾਹ ਪਾਇਆ, ਉਹਨਾਂ ਦੇ ਕਰਕੇ ਹੋਇਆ। ਸੋ ਸਾਰੇ ਦਰਬਾਰ ਦੇ ਵਿੱਚ ਕਿਹੜੇ ਬੋਲ ਗੂੰਜ ਉੱਠੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਠੀਕ ਹੈ। ਸੋ ਇਹ ਜੋ ਬੋਲ ਹਨ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਹ ਬੋਲ ਚਾਰੇ ਪਾਸੇ ਜੋ ਸਨ ਇਹ